असलामुअलैकुम। यूरोप च अगर तुहाडे कोल काम ना होवे या तुसी बीमार हो, ज़ाहिरी गल है गौरमेंट तुहाडी मदद करदी है, लेकिन होवो भी तुसी अट्टे कट्टे ते जिसले डॉक्टर कोल जाओ जाके आखो आए मेरे लक च दर्द है, आए मेरी बांह च दर्द है, आए मेरी लत्त च दर्द है, डॉक्टर बेचारा भी के करेगा, वो तुहानू लिख के दे देगा कि तुसी घर रेस्ट करो। घर आके तुसी व्हाट्सएप ते कॉल मिला लो। पाकिस्तान कुक्कड़ रखे ने, उन्होंने आखिया इनू बदाम खुआ ले, इन्होंने खुलवाना है, भलके पाकिस्तान मैं आवांगा तो तगड़ा होना चाहिए कुक्कड़ मेरा। तो डॉक्टर कोल जवान गया, डॉक्टर ने आखिया तेनू 3 साल हो गए बीमारी ते, तू इंज कर हुण 4 घंटे काम करया कर। कहंदा डॉक्टर साहब मैनू ये आराम नहीं लगदा। उन्हें आखिया आराम है या नहीं है, हुण मैं लिख के देन लिया कि तू काम कर सकने 4 घंटे। वो जवान 2 दिहाड़े काम ते गया, उस तो बाद काम ते ही कोना गया, तो उन्हें पैसे जो फिर भी अद्धे देने शुरू कर दिते। घर बीवी सी, 2 बच्चे सी। बीवी ने आखिया खुदा दा ना ही काम करया कर, इन्ना पैसों ना साडा गुजारा नहीं होंदा। उन्हें आखिया जे तेनू इन्ने मसला है तो तू आपू जाके काम ढूंढ लै कर लै। उन्हें आखिया मैं कित्थों ढूंढा, मैनू बाहर काम कित्थे लभना है, इंज कर मैनू किधरे लवा दे तो मैं काम कर लैनी हाँ। उन्हें आखिया जाके जे तू करना है तो जाके आपू ढूंढ ते काम कर। ਉਹ ਵਿਚਾਰੀ ਮਹੀਨਾ ਪੂਰਾ ਇਸ ਬੰਦੇ ਕੋਲ ਪੁੱਛ, ਉਸ ਬੰਦੇ ਕੋਲ ਪੁੱਛ ਕੇ ਮੈਨੂੰ ਕੰਮ ਚਾਹੀਦਾ, ਉਹਨੂੰ ਕੰਮ ਕੋ ਨਾ ਲੱਭਾ। ਇੱਕ ਤੁਹਾਡੇ ਇੱਕ ਪਾਕਿਸਤਾਨਨ ਬਾਹਰ ਲੱਭੀ, ਉਹਨੇ ਆਖਿਆ ਕਿ ਬਾਜੀ ਫਲਾਣੀ ਜਗ੍ਹਾ ਤੇ ਕੰਮ ਹੈ, ਜੇ ਤੁਸੀਂ ਕੰਮ ਕਰਨਾ ਹੈ ਤੇ। ਉਹਨੇ ਆਖਿਆ ਠੀਕ ਹੈ। ਉਹ ਖੁਸ਼ ਹੋਈ, ਚਲੋ ਮੈਂ ਕੰਮ ਤੇ ਕਰਾਂ ਜਾ ਕੇ। ਹੋਟਲ ਤੇ ਗਈ, ਉਹ ਮਾਲਕ ਨੇ ਆਖਿਆ ਕਿ 10 ਘੰਟੇ ਰੋਜ਼ ਦਾ ਕੰਮ ਹੈ ਤੇ ਤੈਨੂੰ ਇਤਨੀ ਮੈਂ ਤਨਖਾਹ ਦਿਆਂਗਾ ਫਿਕਸ। ਉਹ ਬੜੀ ਖੁਸ਼ ਹੋਈ, ਉਹਨੇ ਆਖਿਆ ਠੀਕ ਹੈ ਮੈਂ ਕੰਮ ਕਰਾਂਗੀ। ਘਰ ਆ ਕੇ ਜਣੇ ਨੂੰ ਦੱਸੀ। ਉਸ ਜਣਾ ਅੱਗੇ ਬੜੇ ਅਸੂਲਾਂ ਵਾਲਾ ਸੀ, ਉਹਨੂੰ ਸਾਰੀਆਂ ਲੁੱਚ ਕੁਚੀਆਂ ਦਾ ਪਤਾ ਸੀ, ਇਸੇ ਵਾਸਤੇ ਤੇ 3 ਸਾਲ ਤੂੰ ਘਰ ਬੈਠਿਆ ਸੀ। ਉਹਨੇ ਆਖਿਆ 10 ਘੰਟੇ ਤੇਰੇ ਕੋਲ ਕੰਮ ਕਰਾਏਗਾ, ਇਤਨੇ ਪੈਸੇ ਦੇਗਾ, ਇਹ ਤੇ ਇਤਨੇ ਘੰਟਿਆਂ ਦੇ ਇੰਨੇ ਪੈਸੇ ਬਣਦੇ ਨੇ, ਇਹ ਤੇ ਜ਼ਿਆਦਤੀ ਹੈ, ਇਹ ਕਾਨੂੰਨ ਦੇ ਖਿਲਾਫ ਵਰਦੀ ਹੈ। ਉਹਨੇ ਆਖਿਆ ਗੱਲ ਸੁਣ, ਮਹੀਨਾ ਪੂਰਾ ਹੋ ਗਿਆ ਮੈਂ ਕੰਮ ਢੂੰढਣੀ ਆ, ਵੀ ਮੈਨੂੰ ਕੰਮ ਨਹੀਂ ਲੱਭਾ, ਹੁਣ ਜੇ ਕੰਮ ਲੱਭਾ ਤੇ ਤੂੰ ਮੈਨੂੰ ਕਾਨੂੰਨ ਦੱਸਣ ਲੱਗ ਪਏ। ਉਹਨੇ ਆਖਿਆ ਨਹੀਂ ਮੈਂ ਉਹਦੇ ਨਾਲ ਆਪੂ ਜਾ ਕੇ ਗੱਲ ਕਰਾਂ। ਉਹਨੇ ਆਖਿਆ ਤੂੰ ਇੰਜ ਕਰ, ਉਹਨੂੰ ਮੈਂ ਛੱਡ ਦੇਣੀ ਆ, ਤੂੰ ਮੈਨੂੰ ਕਿਧਰੇ ਹੋਰ ਲਵਾ ਦੇ। ਅੱਗੂ ਚੁੱਪ ਕਰ ਗਏ ਭਾਈ ਹੋਰੀ। ਜਨਾਨੀ ਕੋ ਮਹੀਨਾ ਡੇਢ ਕੰਮ ਤੇ ਗਈ। ਮਾਲਕ ਨੇ ਆਖਿਆ ਤੂੰ ਫਿਕਰ ਨਾ ਕਰ, ਤੂੰ ਕੰਮ ਸਹੀ ਕਰੇਂਗੀ ਤੇ ਮੈਂ ਇੰਜ ਕਰਾਂਗਾ ਤੇਰੀ ਤਨਖਾਹ ਹੋਰ ਵਧਾ ਦਿਆਂਗਾ। ਉਹ ਜਿਸ ਵੇਲੇ ਘਰ ਆਵੇ ਤੇ ਜਣਾ ਫਿਰ ਉਸੇ ਤਰ੍ਹਾਂ ਗਰਮ ਹੋ ਜੇ, ਬਈ ਤੂੰ ਜਿਹੜਾ ਨਾ ਇੰਜ ਕਰ, ਉਹਦੇ ਨਾਲ ਗੱਲ ਕਰ, ਉਹਨੂੰ ਆਖ ਕੇ ਮੇਰੀ ਤਨਖਾਹ ਵਧਾ, ਮੇਰੇ ਇਤਨੇ ਘੰਟੇ ਦੇ ਬਣਦੇ ਨੇ, ਇਤਨੇ ਕਾਨੂੰਨ ਹੈ ਇੱਥੇ। ਉਹਨੇ ਆਖਿਆ ਮੈਂ ਤੇ ਗੱਲ ਕੋਈ ਨਹੀਂ ਕਰਨੀ, ਤੂੰ ਆਪੂ ਜਾ ਕੇ ਗੱਲ ਕਰ ਲੈ। ਉਹ ਜਿਸ ਵੇਲੇ ਆਪੂ ਗਿਆ ਭਾਈ ਵਾਲੀ ਗੱਲ ਕਰ, ਉਹਨੇ ਆਖਿਆ ਗੱਲ ਸੁਣੋ, ਮੇਰੀ ਬੀਵੀ ਨੂੰ ਤੁਸੀਂ ਪੈਸੇ ਥੋੜ੍ਹੇ ਦੇ ਰਹੇ ਹੋ। ਉਹਨੇ ਆਖਿਆ ਪਹਿਲੀ ਇਹ ਗੱਲ ਹੈ, ਮੈਨੂੰ ਬੰਦੇ ਦੀ ਜ਼ਰੂਰਤ ਕੋਈ ਨਹੀਂ ਸੀ, ਮੈਨੂੰ ਪਤਾ ਲੱਗਿਆ ਕਿ ਬਾਜੀ ਹੋਰੀ ਜ਼ਿਆਦਾ ਮਜਬੂਰ ਨੇ, ਤੇ ਮੈਂ ਕਿਹਾ ਚਲੋ ਮੈਂ ਰੱਖ ਲੈਣਾ, ਥੋੜ੍ਹਾ ਜਿਹਾ ਕੰਮ ਸਿੱਖ ਲੈਂਦੇ ਤੇ ਅੱਗੋਂ ਮੈਂ ਪੈਸੇ ਵਧਾ ਦਿਆਂਗਾ। ਉਹਨੇ ਆਖਿਆ ਨਹੀਂ ਫਿਰ ਵੀ ਤੂੰ ਜ਼ਿਆਦਤੀ ਕਰ ਰਿਹਾ, ਆਮ ਜਿਹੜਾ ਮਜ਼ਦੂਰ ਹੈ ਉਹਨੂੰ ਵੀ ਇਤਨੇ ਘੰਟੇ ਦੇ ਲੱਭਣੇ ਚਾਹੀਦੇ ਨੇ। ਉਹਨੇ ਆਖਿਆ ਮੈਂ ਤੇਰੀ ਸ਼ਿਕਾਇਤ ਕਰਾਂਗਾ। ਉਹ ਜਨਾਬ ਕਹਿ ਕੇ ਟੁਰ ਗਿਆ। ਉਹਨੇ ਆਖਿਆ ਤੂੰ ਇੰਝ ਕਰ ਬੀਬੀ ਕਿ ਤੂੰ ਮੇਰੇ ਹੋਟਲ ਤੋਂ ਛੁੱਟੀ ਕਰ ਜਾ, ਇਹ ਨਾ ਹੋਵੇ ਮੇਰੇ ਵਾਸਤੇ ਤੂੰ ਮਸਲਾ ਬਣਾ ਦੇ। ਉਹਨੇ ਆਖਿਆ ਮੈਂ ਕੋਈ ਮਸਲਾ ਨਹੀਂ ਬਣਾਉਣ ਲਈ, ਮੈਂ ਆਪਣੇ ਜਣੇ ਨੂੰ ਸਮਝਾਵਾਂਗੀ। ਉਹ ਨਹੀਂ ਸ਼ਿਕਾਇਤ ਕਿਰੇ ਲਾਉਣ ਲੱਗਾ। ਉਹਨੇ ਆਖਿਆ ਠੀਕ ਹੈ ਤੂੰ ਕੰਮ ਕਰ ਲੈ, ਜੇ ਨਹੀਂ ਸ਼ਿਕਾਇਤ ਲਾਉਣ ਲਿਆ। ਉਹ ਜਨਾਬ ਜਣੇ ਨੇ ਇੰਝ ਕੀਤਾ, ਸਿੱਧਾ ਪੁਲਿਸ ਕੋ ਟੁਰ ਗਿਆ। ਪੁਲਿਸ ਨੂੰ ਜਾ ਕੇ ਆਖਦਾ ਕਿ ਮੇਰੀ ਬੀਵੀ ਇੱਥੇ ਹੋਟਲ 'ਤੇ ਕੰਮ ਕਰਦੀ ਹੈ, ਹੋਰ ਵੀ ਉਹਨੇ ਵਰਕਰ ਰੱਖੇ ਨੇ, 10-10 ਘੰਟੇ ਕੰਮ ਕਰਾਉਂਦਾ ਹੈ, ਟੋਟਲ 7 ਘੰਟੇ ਕੰਮ ਉਹਨੂੰ ਕਰਾਉਣਾ ਚਾਹੀਦਾ, ਤੇ ਫਾਲਤੂ 3-3 ਘੰਟੇ ਕੰਮ ਕਰਾਉਂਦਾ ਤੇ ਬੰਦਿਆਂ 'ਤੇ ਜ਼ੁਲਮ ਕਰਦਾ। ਪੁਲਿਸ ਨੇ ਉਹਦਾ ਨਾਂ ਲਿਖਿਆ। ਉਹਨੇ ਆਖਿਆ ਤੂੰ ਨਾਂ ਪਤਾ ਦੇ ਤੇ ਅਸੀਂ ਉੱਥੇ ਜਾਂਦੇ ਹਾਂ। ਪੁਲਿਸ ਨੇ ਉਹਦੇ ਕੋਲ ਕਾਗਜ਼ ਲੈ ਕੇ ਨਾਂ ਪਤਾ ਲਿਖਿਆ, ਸਿੱਧੇ ਹੋਟਲ 'ਤੇ ਟੁਰ ਗਏ। ਹੋਟਲ ਦੇ ਮਾਲਕ ਨੇ ਬਾਹਰੋਂ ਕੈਮਰੇ 'ਚ ਤੱਕ ਲਿਆ ਕਿ ਪੁਲਿਸ ਵੀ ਆਉਂਦੀ। ਉਹਨੇ ਸਾਰਿਆਂ ਨੂੰ ਦੱਸਤਾ। ਉਹਨੇ ਆਖਿਆ ਪੁਲਿਸ ਆ ਕੇ ਤੁਹਾਡੇ ਕੋਲ ਕੁਐਸਚਨ ਕਰ ਸਕਦੀ ਹੈ ਕਿ ਤੁਸੀਂ ਕਿਤਨੇ ਘੰਟੇ ਕੰਮ ਕਰਦੇ ਹੋ। ਤੁਸੀਂ ਆਖਿਓ 7 ਘੰਟੇ ਕੰਮ ਕਰਨੇ ਆ। ਉਹ ਸਾਰਿਆਂ ਨੇ ਆਖਿਆ ਜੀ ਭਾਈ ਠੀਕ ਹੈ। ਨਹੀਂ ਪੁਲਿਸ ਅੰਦਰ ਆ ਗਈ, ਉਹਨਾਂ ਸਾਰੇ ਹੋਟਲ ਨੂੰ ਘੇਰਾ ਮਾਰ ਲਿਆ। ਜਨਾਬ ਸਾਰਿਆਂ ਨੂੰ ਲੈਣ ਵਾਰ ਖਿਲਾ ਲਿਆ। ਖਿਲਾ ਕੇ ਉਹਨਾਂ ਪੁੱਛਿਆ ਹਾਂ ਬਈ ਦੱਸੋ ਕਾਗਜ਼ ਕੱਢੋ। ਕਾਗਜ਼ ਸੇ ਦੇਖੇ। ਉਹਨਾਂ ਆਖਿਆ ਹਾਂ ਬਈ ਕਿਤਨੇ ਘੰਟੇ ਕੰਮ ਕਰਦੇ ਹੋ। ਉਹਨਾਂ ਆਖਿਆ ਜੀ 7 ਘੰਟੇ। ਦੂਜੇ ਨੂੰ ਪੁੱਛਿਆ 7 ਘੰਟੇ। ਉਹ ਜਨਾਨੀ ਨੂੰ ਬੁਲਾਇਆ, ਉਹਨੂੰ ਆਖਿਆ ਤੂੰ ਦੱਸ। ਉਹਨੇ ਆਖਿਆ ਮੈਂ ਵੀ 7 ਘੰਟੇ ਕੰਮ ਕਰਨੀ ਆ। ਉਹਨੇ ਆਖਿਆ ਪੱਕੀ ਗੱਲ ਹੈ, ਤੇਰੇ 'ਤੇ ਕੋਈ ਪ੍ਰੈਸ਼ਰ ਤਾਂ ਨਹੀਂ, ਕਿਸੇ ਤੋਂ ਡਰਨ ਤਾਂ ਨਹੀਂ ਲੱਗੀ। ਉਹਨੇ ਆਖਿਆ ਡਰਨਾ ਕਿਉਂ, ਇਹਨਾਂ ਤੇ ਮੇਰੀ ਮਦਦ ਕੀਤੀ ਹੈ ਕੰਮ ਤੇ, ਮੈਂ ਕਿਉਂ ਕਿਸੇ ਤੋਂ ਡਰਨਾ, ਮੈਂ 7 ਘੰਟੇ ਕੰਮ ਕਰਨੀ ਆ। ਉਹਨਾਂ ਆਖਿਆ ਠੀਕ ਹੈ ਤੇ ਹਫ਼ਤੇ ਐਤਵਾਰ ਕਰਨੀ। ਉਹਨੇ ਆਖਿਆ ਨਹੀਂ ਹਾਲੀ 5 ਦਿਨ ਮੈਂ ਕੰਮ ਕਰਨੀ ਆ। ਉਹਨਾਂ ਆਖਿਆ ਠੀਕ ਆ, ਲਿਖ ਕੇ ਲੈ ਗਏ। ਉਹਨਾਂ ਜਨਾਬ ਉਸ ਬੰਦੇ ਨੂੰ ਕਾਲ ਮਾਰੀ। ਉਹਨੇ ਆਖਿਆ ਜਿਹੜੀ ਤੂੰ ਇਨਫੋਰਮੇਸ਼ਨ ਦਿੱਤੀ ਸੀ ਉਹ ਗਲਤ ਹੈ, ਤੇਰੀ ਬੀਵੀ ਕਹਿੰਦੀ ਹੈ ਮੈਂ 7 ਘੰਟੇ। ਉਹਨੇ ਆਖਿਆ ਨਹੀਂ ਉਹ ਝੂਠ ਮਾਰਦੀ ਹੈ ਵੀ ਮੈਨੂੰ ਪਤਾ ਹੈ। ਉਹਨਾਂ ਆਖਿਆ ਠੀਕ ਹੈ। ਦੂਸਰੇ ਦਿਨ ਜਨਾਬ ਆ ਉਹਨਾਂ ਦਰਵਾਜ਼ਾ ਖੜਕਾਇਆ ਉਹਦੇ ਘਰ ਦਾ ਖੜਕਾਇਆ ਤੇ ਭਾਈ ਹੋਰੀ ਅੱਗੇ ਘਰ ਹੀ ਸੀ। ਉਹਨਾਂ ਦਰਵਾਜ਼ਾ ਖੋਲ੍ਹਿਆ। ਉਹਨਾਂ ਆਖਿਆ ਅਸੀਂ ਅੰਦਰ ਆਉਣਾ। ਪਹਿਲਾਂ ਤਾਂ ਉਹਨੇ ਰੋਕਿਆ ਲੇਕਿਨ ਉਹ ਰੁਕੇ ਕੋ ਨਾ। ਜਨਾਬ ਸਿੱਧੇ ਅੰਦਰ ਉਹ ਜਿਸੇ ਅੰਦਰ ਆਏ ਤੱਕਿਆ ਭਾਈ ਨਾਲ ਟੇਬਲ 'ਤੇ ਸ਼ਰਾਬ ਰੱਖੀ, ਨਾਲ ਕਾਜੂ ਸ਼ਾਜੂ ਰੱਖੇ ਤੇ ਭਾਈ ਹੋਰੀ ਖਾਣ ਲੱਗੇ। ਸਾਹਮਣੇ ਟੀਵੀ 'ਤੇ ਕੁੱਕੜਾਂ ਦੀ ਵੀਡੀਓ ਲਾਈ, ਤੱਕਣ ਲੱਗੇ। ਉਹਨਾਂ ਸਾਰਾ ਤੱਕ ਕੇ ਫੋਟੋ ਛਿੱਕੀ, ਉਹਦੀ ਨਾਲ ਸ਼ਰਾਬ ਦੀ ਫੋਟੋ ਛਿੱਕੀ। ਉਹਨਾਂ ਨਾਂ ਪਤਾ ਲਿਖ ਕੇ। ਉਹਨਾਂ ਆਖਿਆ ਤੂੰ ਤਾਂ ਠੀਕ ਠਾਕ ਹੈ, ਤੂੰ ਤਾਂ ਬੜਾ ਇੰਜੋਏ ਕਰ ਰਹੇ। ਉਹਨੇ ਆਖਿਆ ਨਹੀਂ ਮੈਂ ਬਿਮਾਰ ਹਾਂ ਅਤੇ ਮੇਰਾ ਦੋਸਤ ਆਇਆ ਸੀ। ਉਹਨਾਂ ਆਖਿਆ ਠੀਕ ਆ ਓਕੇ ਨੋ ਪ੍ਰੋਬਲਮ। ਕਹਿੰਦਾ ਕਿ ਦੋਸਤ ਕਿੱਥੇ ਹੀ। ਉਹਨਾਂ ਦੋਸਤ ਕਿਤੇ ਨਜ਼ਰ ਕੋ ਨਾ ਆਇਆ। ਉਹਨਾਂ ਆਖਿਆ ਨਹੀਂ ਉਹ ਆਇਆ ਸੀ ਟੁਰ ਗਿਆ। ਉਹਨਾਂ ਆਖਿਆ ਓਕੇ ਨੋ ਪ੍ਰੋਬਲਮ। ਉਹਨਾਂ ਲਿਖ ਕੇ ਤੇ ਲੈ ਗਏ। ਜਨਾਬ ਭਾਈਰਾ ਨੂੰ ਹਫ਼ਤੇ ਬਾਅਦ ਲੈਟਰ ਘਰ ਆ ਗਿਆ।
ਉਹਨਾਂ ਆਖਿਆ ਆ ਪੇਸ਼ ਹੋ ਆ ਕੇ ਟੈਕਸ ਵਾਲਿਆਂ ਕੋਲ। ਜੇ ਟੈਕਸ ਵਾਲਿਆਂ ਕੋਲ ਗਿਆ ਉੱਥੇ, ਉਹਨਾਂ ਆਖਿਆ ਗੱਲ ਸੁਣ, ਤੂੰ 3 ਸਾਲ ਤੂੰ ਸਾਡੇ ਕੋਲੋਂ ਪੈਸੇ ਲੈ ਰਹੇ, ਫੁੱਲ ਤਨਖਾਹ ਅਸੀਂ ਤੈਨੂੰ ਦੇ ਰਹੇ ਹਾਂ, ਤੂੰ ਠੀਕ ਠਾਕ ਹੈ, ਤੂੰ ਅਲਕੋਹਲ ਪੀ ਰਹੇ, ਤੂੰ ਮਸਤੀ ਕਰ ਰਹੇ, ਤੇਰੀ ਬੀਵੀ ਕੰਮ ਕਰ ਰਹੀ ਹੈ ਤੇ ਤੂੰ ਜਿਹੜਾ ਕੰਮ ਨਹੀਂ ਕਰ ਰਿਹਾ, ਤੂੰ ਸਾਨੂੰ 3 ਸਾਲ ਦੇ ਪੈਸੇ ਜਿਹੜੇ ਨੇ ਸਾਰੇ ਸਾਨੂੰ ਵਾਪਸ ਕਰਨੇ ਨੇ। ਉਸ ਤੋਂ ਬਾਅਦ ਜਿਹੜੇ ਤੂੰ ਸਾਡੇ ਪੈਸੇ ਇਸਤੇਮਾਲ ਕੀਤੇ ਨੇ ਉਹਦੇ ਨਾਲ ਇਤਨਾ ਟੈਕਸ ਹੋਰ ਉੱਤੇ ਲੱਗਦਾ, ਉਹ ਵੀ ਤੂੰ ਨਾਲ ਦੇਣਾ ਤੇ ਤੂੰ ਕੰਮ ਕਰਨਾ, ਵਰਨਾ ਤੂੰ ਅਗਰ ਕੰਮ ਨਾ ਕੀਤਾ ਤੇ ਅਸੀਂ ਤੇਰੀ ਬੀਵੀ ਦੇ ਅਕਾਊਂਟ 'ਚੋਂ ਜਿਹੜਾ ਪੈਸੇ ਕੱਟ ਲਾਂਗੇ। ਉਹ ਬੀਵੀ ਨੂੰ ਪਤਾ ਲੱਗਾ, ਉਹਨੇ ਆਖਿਆ ਮੈਂ ਤੇ ਅੱਗੇ ਬੜੀ ਮਜਬੂਰ ਹਾਂ। ਭਾਈ ਰਾ ਆਖਿਆ ਮੇਰਾ ਕੀ ਆ, ਮੈਂ ਪਾਕਿਸਤਾਨ ਟੁਰ ਜਾਵਾਂਗਾ। ਉਹਨੇ ਆਖਿਆ ਜਾਣੀ ਤੇ ਜਾ, ਲੇਕਿਨ ਮੈਂ ਇੱਥੇ ਹੀ ਰਵਾਂਗੀ। ਭਾਈ ਰਾ ਫਿਰ ਇੰਝ ਕੀਤਾ, ਉਹਨੇ ਆਖਿਆ ਮੈਂ ਤੇ ਚੱਲੂ ਪਾਕਿਸਤਾਨ, ਤੂੰ 2 ਬੱਚੇ ਆਪਣੇ ਇੱਥੇ ਰੱਖ, ਰਹਿਣੀ ਤੇ ਰਹਿ, ਮੈਂ ਪਾਕਿਸਤਾਨ ਜਾ ਕੇ ਕੁੱਕੜ ਖਲਾਂਗਾ ਉੱਥੇ। ਉਹ ਜਨਾਬ ਭਾਈ ਰਾ ਪਾਕਿਸਤਾਨ ਜਦਾਦ ਬਣਾਈ ਸੀ, ਗੌਰਮੈਂਟ ਕੋਲ ਪੈਸਾ ਲੈ ਲੈ ਕੇ ਪਿੱਛਾ ਖੜੇ ਅਸੀਂ, ਪਾਕਿਸਤਾਨ ਟੁਰ ਗਏ, 2 ਬੱਚੇ ਇੱਥੇ ਹੀ ਛੱਡ ਗਏ। ਉਹ ਵਿਚਾਰੀ ਜ਼ਨਾਨੀ ਇਕੱਲੇ ਹੀ ਬੱਚੇ ਸੰਭਾਲਦੀ ਰਹੀ, ਇੱਥੇ ਨਾਲ ਮਜ਼ਦੂਰੀ ਕਰੇ। ਫਿਰ ਤੁਹਾਨੂੰ ਪਤਾ ਬੱਚਿਆਂ ਦੀ ਕਿਸ ਤਰ੍ਹਾਂ ਦੀ ਪਰਵਰਿਸ਼ ਹੁੰਦੀ ਹੈ, ਕਿਤਨਾ ਕੁ ਮਾਂ ਫਿਰ ਟਾਈਮ ਦੇ ਸਕਦੀ ਸੀ। ਭਾਈ ਹੋਰੀ ਕਿਹੜੇ 2 ਸਾਲ ਬਾਅਦ ਚੱਕਰ ਲਾਇਆ ਇੱਥੇ, ਚੱਕਰ ਲਾ ਕੇ ਥੋੜਾ ਮਿਲ ਗਿਲ ਕੇ ਫਿਰ ਵਾਪਸ ਟੁਰ ਗਏ। ਉਹ ਜ਼ਨਾਨੀ ਨੇ ਆ ਕੇ ਉਹਨੇ ਆਖਿਆ ਇੰਝ ਕਰ, ਮੈਨੂੰ ਮਾफ़ ਕਰ, ਮੈਂ ਤੇਰੇ ਤੋਂ ਰੱਜੀ ਪੁੱਜੀ ਤੇ ਬੱਚੇ ਵੀ ਹੁਣ ਤੈਨੂੰ ਤੱਕਣਾ ਨਹੀਂ ਪਸੰਦ ਕਰਦੇ, ਇਸ ਵਾਸਤੇ ਮੈਨੂੰ ਦੇ ਤਲਾਕ, ਤੂੰ ਰਹਿ ਪਾਕਿਸਤਾਨ ਤੇ ਮੈਂ ਆਪਣਾ ਆਪੇ ਗੁਜ਼ਾਰਾ ਕਰ ਲਾਂਗੀ। ਜ਼ਨਾਨੀ ਨੇ ਤਲਾਕ ਲੈ ਲਈ। ਉਹਨੇ ਆਖਿਆ ਮੈਨੂੰ ਇਹਦਾ ਕੀ ਫਾਇਦਾ, ਇਹ ਬੇਕਾਰ ਜਿਹਾ ਬੰਦਾ ਹੈ, ਉੱਥੇ ਪਾਕਿਸਤਾਨ ਕੁੱਕੜ ਖਲਾਂਦਾ ਰਹਿੰਦਾ ਤੇ ਨਾ ਇਹਨੂੰ ਪਤਾ ਆਪਣੇ ਬੱਚਿਆਂ ਦਾ, ਬੱਚੇ ਵੀ ਖਰਾਬ ਹੋ ਗਏ ਨੇ। ਤੇ ਉਹ ਜਨਾਬ ਉਹਨੇ ਤਲਾਕ ਲੈ ਲਈ ਤੇ ਆਪੂ ਜਿਹੜਾ ਸੋਹਣਾ ਕੰਮ ਸ਼ਮ ਕਰਦੀ ਸੀ, ਬੱਚੇ ਪਾਲੇ ਸੂ, ਲੇਕਿਨ ਬੱਚੇ ਫਿਰ ਆਪਣੀ ਆਪਣੀ ਮਰਜ਼ੀ ਵਾਲੇ ਸੀ। ਉਹਨੇ ਆਖਿਆ ਪਲ ਗਏ ਨੇ ਹੀ ਬੜੇ ਨੇ, ਕਿਉਂਕਿ ਉਂਝ ਤੇ ਫਿਰ ਤੁਹਾਨੂੰ ਪਤਾ ਇੱਥੇ ਜੇ ਟਾਈਮ ਦਈਏ ਤੇ ਬੱਚਿਆਂ ਦੀ ਪਰਵਰਿਸ਼ ਹੁੰਦੀ ਹੈ, ਉਂਝ ਪਰਵਰਿਸ਼ ਨਹੀਂ ਹੋ ਸਕਦੀ। ਉਹਨੇ ਫਿਰ ਬੱਚੇ ਫਿਰ ਵੱਡੇ ਹੋ ਗਏ, ਠੀਕ ਹੋ ਗਏ, ਲੇਕਿਨ ਇਹ ਹੈ ਕਿ ਜਵਾਨ ਨੇ ਜਿਹੜਾ ਨਾ ਸਾਰੇ ਘਰ ਦਾ ਸੱਤਿਆਨਾਸ ਮਾਰ ਦਿੱਤਾ। ਜਿਹੜਾ ਕਰਨ ਲੱਗਾ ਸੀ ਵਾਲਾ ਕਿਸੇ ਦੀ ਸ਼ਿਕਾਇਤ, ਉਹ ਉਹਦੇ ਆਪਣੇ ਨਾਲ ਹੋ ਗਿਆ, ਜ਼ਾਹਿਰੀ ਗੱਲ ਆ, ਉਹਨੂੰ ਜੁਰਮਾਨਾ ਹੋ ਗਿਆ, ਉਹਦੇ ਨਾਲ ਹੀ ਸਾਰੀ ਗੇਮ ਪੈ ਗਈ। ਉਹਨੇ ਤਾਂ ਸੋਚਿਆ ਸੀ ਕਿ ਮੈਂ ਹੋਟਲ ਵਾਲੇ ਨੂੰ ਫਸਾਂਗਾ, ਪੈਸੇ ਲਵਾਂਗੇ ਉਹਦੇ ਕੋਲੋਂ, ਲੇਕਿਨ ਇੰਝ ਤੇ ਨਹੀਂ ਨਾ ਹੁੰਦਾ। ਫਿਰ ਇਹ ਕਿਸੇ ਤੇ ਵੀ ਪੈ ਸਕਦੀ, ਆਪੂ ਵੀ ਤਾਂ 3 ਸਾਲ ਤੋਂ ਬੇਈਮਾਨੀ ਪਿਆ ਕਰਦਾ ਸੀ ਨਾ, ਇਸ ਵਾਸਤੇ ਕਿਸੇ ਵਾਸਤੇ ਕੜਾ ਖੋਦ ਦਿਓ ਤਾਂ ਤੁਹਾਡੇ ਆਪੂ ਵੀ ਢਹਿਣ ਦੇ ਖਤਰਾਤ ਹੁੰਦੇ ਨੇ। ਸੋ ਤੇ ਕੋਸ਼ਿਸ਼ ਕਰਿਆ ਕਰੋ ਕਿਸੇ ਵਾਸਤੇ ਨਹੀਂ, ਜੋ ਆਪਣੀ ਜ਼ਿੰਦਗੀ ਜੀਂਦਾ ਪਿਆ ਉਹਨੂੰ ਜੀਣ ਦਿਓ, ਤੁਸੀਂ ਆਪਣੇ ਵੱਲ ਧਿਆਨ ਕਰੋ, ਸਹੀ ਹੈ। ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਕੋਈ ਛੋਟੀ ਮੋਟੀ ਗਲਤੀ ਹੋ ਜੇ ਤੇ ਮਾफ़ ਕਰ ਦਿਆ ਕਰੋ। ਐਡਾ ਸੀਨੀਅਰ ਤੇ ਮੈਂ ਵੀ ਨਹੀਂ ਹੈ, ਬਸ ਕੋਸ਼ਿਸ਼ ਕਰਨਾ ਕਿ ਤੁਹਾਨੂੰ ਇੰਟਰਟੇਨਮੈਂਟ ਦਿਆਂ, ਤੇ ਅਗਰ ਅੱਛੀ ਲੱਗੇ ਤਾਂ ਲਾਈਕ ਕਰਿਆ ਕਰੋ। ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।